ਕਾਮਨ ਸਿਵਲ ਕੋਡ ਦੇ ਉੱਤੇ ਲਾਅ ਕਮਿਸ਼ਨ ਨੇ ਲੋਕਾਂ ਤੋਂ ਮੰਗੇ ਸੁਝਾਅ। ਧਾਰਮਿਕ ਸੰਗਠਨਾਂ ਨੂੰ ਵੀ ਸੁਝਾਅ ਦੇਣ ਦੇ ਲਈ ਕਿਹਾ। 30 ਦਿਨਾਂ ਦੇ ਅੰਦਰ ਮੰਗੀ ਹੈ ਲੋਕਾਂ ਦੀ ਰਾਏ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ। ਸੀਐਮ ਬੋਲੇ ਪੰਜਾਬ ਦੇ ਵਿਚਲੇ ਹਾਈਵੇ ਪ੍ਰੋਜੈਕਟਾਂ ਨੂੰ ਲੈ ਕੇ ਹੋਈ ਚਰਚਾ। ਦਿੱਲੀ ਕਟੜਾ ਨੈਸ਼ਨਲ ਹਾਈਵੇ ਦੇ ਮੁਆਵਜ਼ੇ ਨੂੰ ਲੈ ਕੇ ਵੀ ਹੋਈ ਹੈ ਗੱਲਬਾਤ। BBMB ਤੋਂ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੇਣ ਦੇ ਮਾਮਲੇ ਤੇ ਸੀਐਮ ਮਾਨ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ। NOC ਦੀ ਸ਼ਰਤ ਹਟਾਉਣ ਤੇ ਜਤਾਇਆ ਵਿਰੋਧ। ਕਿਹਾ ਕੇਂਦਰ ਸਰਕਾਰ BBMB ਨੂੰ ਪਾਣੀ ਦੇਣ ਦਾ ਨਹੀਂ ਦੇ ਸਕਦੀ ਆਦੇਸ਼। ਹਿਮਾਚਲ ਦੇ ਮੁੱਖ ਮੰਤਰੀ ਬੋਲੇ ਪੰਜਾਬ ਦੇ ਸੀਐਮ ਦੇ ਨਾਲ ਕੀਤਾ ਜਾਵੇਗਾ ਸੰਵਾਦ। ਮਾਨ ਸਰਕਾਰ ਦੇ ਵੱਲੋਂ ਬੁਲਾਏ ਸਪੈਸ਼ਲ ਸੈਸ਼ਨ ਤੇ ਸਸਪੈਂਸ ਬਰਕਰਾਰ। ਗਵਰਨਰ ਨੇ ਸਪੈਸ਼ਲ ਇਜਲਾਸ ਤੇ ਫਿਰ ਚੁੱਕੇ ਸਵਾਲ। ਸਪੀਕਰ ਨੂੰ ਚਿੱਠੀ ਲਿਖ ਕੇ ਪੁੱਛਿਆ ਇਜਲਾਸ ਦਾ ਏਜੰਡਾ। ਆਮ ਆਦਮੀ ਪਾਰਟੀ ਨੇ ਗਵਰਨਰ ਤੇ ਪੰਜਾਬ ਸਰਕਾਰ ਦੇ ਖਿਲਾਫ ਸਾਜ਼ਿਸ਼ ਰਚਣ ਦਾ ਲਗਾਇਆ ਇਲਜ਼ਾਮ। ਕਿਹਾ ਵਿਰੋਧੀਆਂ ਦੇ ਲੀਡਰ ਵਜੋਂ ਕਰ ਰਹੇ ਨੇ ਕੰਮ। ਹਰਿਆਣਾ ਦੇ ਹੱਕ ਦੇ ਵਿੱਚ ਕਰਦੇ ਨੇ ਪ੍ਰੈਸ ਕਾਨਫਰੰਸ, ਪਰ ਕਦੇ ਵੀ ਕੇਂਦਰ ਤੋਂ ਨਹੀਂ ਮੰਗਿਆ ਪੰਜਾਬ ਦੇ RDF ਦਾ ਪੈਸਾ। ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਹੁਸ਼ਿਆਰਪੁਰ ਦੇ ਵਿੱਚ BJP ਦੀ ਰੈਲੀ। BJP ਦੇ ਕੌਮੀ ਪ੍ਰਧਾਨ JP ਨੱਡਾ ਨੇ ਗਿਣਵਾਈਆਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ। ਕਿਹਾ 9 ਸਾਲਾਂ ਦੇ ਵਿੱਚ ਹੋਇਆ ਹਰ ਤਬਕੇ ਦੇ ਲਈ ਕੰਮ। ਲੁਧਿਆਣਾ ਲੁੱਟਕਾਂਡ ਦੇ ਵਿੱਚ ਕੰਪਨੀ ਕਰਮਚਾਰੀ ਮਨਜਿੰਦਰ ਮਨੀ ਸਣੇ 6 ਮੁਲਜ਼ਮ ਗ੍ਰਿਫਤਾਰ। ਮਾਸਟਰਮਾਈਂਡ ਲੇਡੀ ਡਾਕੂ ਮਨਦੀਪ ਕੌਰ ਉਰਫ ਮੋਨਾ ਅਜੇ ਵੀ ਫਰਾਰ। ਹੁਣ ਤੱਕ 5 ਕਰੋੜ ਰੁਪਏ ਕੀਤੇ ਗਏ ਰਿਕਵਰ। ਲੁਧਿਆਣਾ ਲੁੱਟਕਾਂਡ ਦੇ ਵਿੱਚ CMS ਕੰਪਨੀ ਵੀ ਸ਼ੱਕ ਦੇ ਘੇਰੇ ਵਿੱਚ। ਵਾਰ-ਵਾਰ ਬਦਲੀ ਲੁੱਟੀ ਗਈ ਰਕਮ ਦੀ ਅਮਾਉਂਟ। ਪੁਲਿਸ ਕਮਿਸ਼ਨਰ ਬੋਲੇ ਸਾਨੂੰ ਸ਼ੱਕ ਕਿਤੇ ਵਗਦੀ ਗੰਗਾ ਦੇ ਵਿੱਚ ਹੱਥ ਤਾਂ ਨਹੀਂ ਧੋਣਾ ਚਾਹੁੰਦੇ ਕੰਪਨੀ ਦੇ ਮੁਲਾਜ਼ਮ। ਮੋਹਾਲੀ ਦੇ ਸੈਕਟਰ 83 ਦੇ ਵਿੱਚ ਹਾਦਸਾ। IT ਕੰਪਨੀ ਦੀ ਪਾਰਕਿੰਗ ਦਾ ਏਰੀਆ ਡਿੱਗਿਆ। ਨਾਲ ਵਾਲੀ ਬਿਲਡਿੰਗ ਦੇ ਵਿੱਚ ਬੇਸਮੈਂਟ ਦੀ ਖੁਦਾਈ ਦੌਰਾਨ ਵਾਪਰਿਆ ਹਾਦਸਾ। ਬੇਸਮੈਂਟ ਦੇ ਵਿੱਚ ਜਾ ਡਿੱਗੇ ਪਾਰਕਿੰਗ 'ਚ ਖੜੇ ਬਾਈਕ ਅਤੇ ਕਾਰ। ਪੰਜਾਬ ਦੇ ਵਿੱਚ ਫੇਰ ਬਦਲਿਆ ਮੌਸਮ ਦਾ ਮਿਜਾਜ਼। ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਅਤੇ ਗੜੇਮਾਰੀ। ਜਲੰਧਰ ਦੇ ਵਿੱਚ ਹੋਇਆ ਜਲ ਥਲ। ਕਈ ਇਲਾਕਿਆਂ ਦੇ ਵਿੱਚ ਭਰਿਆ ਪਾਣੀ, ਪਰ ਗਰਮੀ ਤੋਂ ਰਾਹਤ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਕਾਮਨ ਸਿਵਲ ਕੋਡ ਤੋਂ। ਇਹ ਖੂਬ ਚਰਚਾ ਦੇ ਵਿੱਚ ਪਹਿਲਾਂ ਰਿਹਾ। ਇੱਕ ਵਾਰ ਫਿਰ ਤੋਂ ਕਾਮਨ ਸਿਵਲ ਕੋਡ ਚਰਚਾ ਦੇ ਵਿੱਚ ਹੈ। ਵੱਡੀ ਖਬਰ ਹੈ ਕਾਮਨ ਸਿਵਲ ਕੋਡ ਨੂੰ ਲੈ ਕੇ। UCC ਦੇ ਉੱਤੇ ਲਾਅ ਕਮਿਸ਼ਨ ਨੇ ਸੁਝਾਅ ਮੰਗੇ ਨੇ। ਸੁਝਾਅ ਆਮ ਲੋਕਾਂ ਤੋਂ, ਧਾਰਮਿਕ ਜਥੇਬੰਦੀਆਂ ਤੋਂ 30 ਦਿਨਾਂ ਦੇ ਅੰਦਰ। ਵੱਡੀ ਖਬਰ ਇਸ ਦੇ ਨਾਲ ਹੀ ਸ਼ੁਰੂਆਤ। ਲਾਅ ਕਮਿਸ਼ਨ ਨੇ ਲੋਕਾਂ ਤੋਂ ਸੁਝਾਅ ਮੰਗੇ ਨੇ, ਧਾਰਮਿਕ ਜਥੇਬੰਦੀਆਂ ਤੋਂ ਵੀ ਸੁਝਾਅ ਮੰਗੇ ਗਏ ਨੇ ਔਰ ਲਾਅ ਕਮਿਸ਼ਨ ਨੇ 30 ਦਿਨ ਦੇ ਵਿੱਚ ਸੁਝਾਅ ਮੰਗੇ ਨੇ ਤੇ ਕਿਹਾ ਕਿ 30 ਦਿਨਾਂ ਦੇ ਵਿੱਚ ਤੁਸੀਂ ਸੁਝਾਅ ਆਪਣੇ ਜ਼ਰੂਰ ਪਹੁੰਚਾਓ। ਕਾਮਨ ਸਿਵਲ ਕੋਡ ਕੀ ਹੈ? ਕਾਮਨ ਸਿਵਲ ਕੋਡ ਜੋ ਸਾਰੇ ਧਰਮਾਂ ਦੇ ਲਈ ਇੱਕ ਸਿਵਲ ਕੋਡ ਬਣਾ ਦਿੱਤਾ ਜਾਵੇ, ਉਸ ਦੇ ਲਈ ਕਾਮਨ ਸਿਵਲ ਕੋਡ ਤੇ ਇਹ ਪੂਰੀ ਰਾਏ ਮੰਗੀ ਜਾ ਰਹੀ ਹੈ। ਸਾਡਾ ਦੇਸ਼ ਸੈਕੂਲਰ ਦੇਸ਼ ਹੈ, ਧਰਮ ਨਿਰਪੱਖ ਦੇਸ਼ ਹੈ। ਇੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਔਰ ਕਾਮਨ ਸਿਵਲ ਕੋਡ ਦਾ ਇਸ ਸਮੇਂ ਜ਼ਿਕਰ ਹੋ ਰਿਹਾ। ਹਾਲਾਂਕਿ ਕਾਮਨ ਸਿਵਲ ਕੋਡ ਦੇ ਉੱਤੇ ਬਹੁਤ ਡੂੰਘੇ ਇਤਰਾਜ਼ ਜਤਾਏ ਗਏ ਨੇ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਔਰ ਖਾਸ ਤੌਰ ਤੇ ਘੱਟ ਗਿਣਤੀਆਂ ਦੇ ਵੱਲੋਂ, ਤਾਂ ਕਿ ਕਾਮਨ ਸਿਵਲ ਕੋਡ ਦੇ ਉੱਤੇ ਇੱਕ ਰਾਏ ਬਣ ਪਾਏਗੀ। ਲਾਅ ਕਮਿਸ਼ਨ ਨੇ ਹੁਣ ਸੁਝਾਅ ਮੰਗੇ ਨੇ। ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਕਾਮਨ ਸਿਵਲ ਕੋਡ ਦਾ ਪੂਰਾ ਮੁੱਦਾ ਹੈ ਉਹ ਇੱਕ ਪਾਸੇ ਰੁਕਿਆ ਹੋਇਆ ਸੀ, ਪਰ ਲਾਅ ਕਮਿਸ਼ਨ ਦੇ ਵੱਲੋਂ ਇਹ ਸਟੇਟਮੈਂਟ ਜਾਰੀ ਕਰਕੇ ਜੋ ਸੁਝਾਅ ਮੰਗ ਲਏ ਗਏ ਉਸਨੇ ਇੱਕ ਇਸ਼ਾਰਾ ਤਾਂ ਜ਼ਰੂਰ ਕਰ ਦਿੱਤਾ ਕਿ ਹੁਣ ਇਸ ਦੇ ਉੱਤੇ ਸਰਕਾਰ ਐਕਸ਼ਨ ਦੇ ਵਿੱਚ ਹੈ, ਲਾਅ ਕਮਿਸ਼ਨ ਐਕਸ਼ਨ ਦੇ ਵਿੱਚ ਹੈ। 30 ਦਿਨ, ਸਿਰਫ 30 ਦਿਨ ਦਿੱਤੇ ਗਏ ਨੇ। 30 ਦਿਨਾਂ ਦੇ ਵਿੱਚ ਲੋਕ ਆਪਣੇ ਸੁਝਾਅ ਦੇ ਸਕਦੇ ਨੇ। ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਉਹ ਕਿਸੇ ਵੀ ਧਰਮ ਦੇ ਨਾਲ ਜੁੜੀਆਂ ਹੋਣ ਦੇਸ਼ ਦੇ ਵਿੱਚ, ਉਹ ਆਪਣੇ ਸੁਝਾਅ ਕਾਮਨ ਸਿਵਲ ਕੋਡ ਨੂੰ ਲੈ ਕੇ ਦੇ ਸਕਦੇ ਨੇ। ਕਾਮਨ ਸਿਵਲ ਕੋਡ ਦਾ ਮੈਂ ਦੁਬਾਰਾ ਅਰਥ ਦੱਸ ਦਵਾਂ ਕਿ ਇੱਕ ਸਿਵਲ ਕੋਡ ਹੋਏਗਾ। ਸਮਾਨ ਨਾਗਰਿਕ ਸੰਹਿਤਾ ਵੀ ਇਸ ਨੂੰ ਕਿਹਾ ਜਾਂਦਾ ਹੈ ਔਰ ਵੱਖ-ਵੱਖ ਧਰਮਾਂ ਦੇ ਵਿੱਚ ਇਸ ਸਮੇਂ ਔਰ ਵੱਖ-ਵੱਖ ਧਰਮਾਂ ਦੇ ਲਈ ਮੌਜੂਦਾ ਸਮੇਂ ਦੇ ਵਿੱਚ ਜਿਵੇਂ ਹਿੰਦੂ ਮੈਰਿਜ ਐਕਟ ਹੈ, ਹੋਰ ਕੁਝ ਹੈਗੇ ਨੇ ਜਿਹੜੇ ਵੱਖ-ਵੱਖ ਲਾਜ਼ ਇਸ ਸਮੇਂ ਹੈਗੇ ਨੇ, ਤਾਂ ਕਾਮਨ ਸਿਵਲ ਕੋਡ ਦਾ ਇਸ ਸਮੇਂ ਜ਼ਿਕਰ ਹੋ ਰਿਹਾ। ਔਰ ਦੂਜਾ ਪੁਆਇੰਟ ਇਹ ਵੀ ਹੈ ਕਿਉਂਕਿ ਦੂਜਾ ਪੁਆਇੰਟ ਇਹ ਵੀ ਹੈ ਕਿ 2024 ਦਾ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ, 2024 ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ, ਤਾਂ ਕੀ ਇੱਕ ਵੱਡਾ ਏਜੰਡਾ ਕਾਮਨ ਸਿਵਲ ਕੋਡ ਦੇ ਤੌਰ ਦੇ ਉੱਤੇ ਕੇਂਦਰ ਦੀ ਸਰਕਾਰ ਦਾ ਹੋ ਸਕਦਾ ਹੈ।
ਕਾਮਨ ਸਿਵਲ ਕੋਡ ਨੂੰ ਲੈ ਕੇ ਕਾਬਿਲੇ ਗੌਰ ਇਹ ਵੀ ਹੈ ਕਿ ਹੁਣ ਤੱਕ ਜਦੋਂ ਵੀ ਇਸ ਦੇ ਉੱਤੇ ਚਰਚਾ ਹੋਈ, ਜ਼ਿਕਰ ਹੋਈ ਔਰ ਜਦੋਂ ਵੀ ਇਸ ਦੇ ਉੱਤੇ ਗੱਲਬਾਤ ਹੋਈ ਹੈ ਤਾਂ ਫਿਰ ਮੁਸਲਿਮ ਜਥੇਬੰਦੀਆਂ, ਸਿੱਖ ਜਥੇਬੰਦੀਆਂ ਜਾਂ ਘੱਟ ਗਿਣਤੀ, ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਜਿਹੜੇ ਘੱਟ ਗਿਣਤੀ ਨੇ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹੈ। ਔਰ ਇਸ ਕਰੜੇ ਇਤਰਾਜ਼ ਦੇ ਵਿਚਾਲੇ ਕਈ ਵਾਰ ਇਹ ਪੂਰਾ ਮੁੱਦਾ ਠੰਡੇ ਬਸਤੇ ਦੇ ਵਿੱਚ ਚਲਾ ਗਿਆ। ਪਰ ਦੂਜੇ ਪਾਸੇ ਬੀਜੇਪੀ ਦਾ ਇੱਕ ਵੱਡਾ ਚੋਣ ਏਜੰਡਾ ਹਮੇਸ਼ਾ ਤੋਂ ਰਿਹਾ ਔਰ ਇੱਕ ਚੋਣ ਵਾਅਦੇ ਦੇ ਤੌਰ ਦੇ ਉੱਤੇ ਵੀ ਤੁਸੀਂ ਕਹਿ ਸਕਦੇ ਹੋ ਤਾਂ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਮਨ ਸਿਵਲ ਕੋਡ ਇੱਕ ਵੱਡਾ ਮੁੱਦਾ ਹੋ ਸਕਦਾ ਹੈ। ਔਰ ਖਾਸ ਤੌਰ ਤੇ ਇਸ਼ੂ ਕਦੋਂ ਉੱਠਿਆ, ਜਦੋਂ 2011 ਦੇ ਵਿੱਚ ਸੈਂਸਸ ਆਫ ਇੰਡੀਆ ਦੇ ਵੱਲੋਂ ਜਿਹੜੀ ਗਿਣਤੀ ਕੀਤੀ ਜਾਂਦੀ ਹੈ, ਉਹਦੇ ਜਿਹੜੇ ਅੰਕੜੇ ਸਾਹਮਣੇ ਆਏ, ਉਸ ਤੋਂ ਬਾਅਦ ਵੀ ਕਾਮਨ ਸਿਵਲ ਕੋਡ ਦੀ ਮੰਗ ਉੱਠੀ ਜਾਂ ਫਿਰ ਉਸ ਦੀ ਚਰਚਾ ਹੋਈ। ਖੈਰ, ਹੁਣ ਲਾਅ ਕਮਿਸ਼ਨ ਨੇ ਲੋਕਾਂ ਤੋਂ ਸੁਝਾਅ ਮੰਗੇ ਨੇ ਔਰ ਧਾਰਮਿਕ ਜਥੇਬੰਦੀਆਂ ਵੀ ਸੁਝਾਅ ਦੇ ਸਕਦੀਆਂ ਨੇ। ਦਿਨ ਮਿਲਣਗੇ ਸਿਰਫ 30 ਔਰ 30 ਦਿਨਾਂ ਦੇ ਵਿੱਚ ਹੀ ਸੁਝਾਅ ਆਪਣੇ ਦੇਣੇ ਹੋਣਗੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਸੂਬੇ ਦੇ ਗਵਰਨਰ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਤਕਰਾਰ ਵਧਦੀ ਜਾ ਰਹੀ ਹੈ। ਇਸ ਤਕਰਾਰ ਦਾ ਅਗਲਾ ਚੈਪਟਰ ਲਿਖ ਦਿੱਤਾ ਗਿਆ ਹੈ। ਗਵਰਨਰ ਪੰਜਾਬ ਨੇ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਭੇਜ ਕੇ ਚਿੱਠੀ ਦੇ ਜ਼ਰੀਏ ਗਵਰਨਰ ਨੇ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਦਾ ਏਜੰਡਾ ਮੰਗਿਆ। ਜਿੱਥੇ ਸਰਕਾਰ ਨੇ 19 ਅਤੇ 20 ਜੂਨ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ ਤਾਂ ਗਵਰਨਰ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ, ਸੈਸ਼ਨ ਨੂੰ ਲੈ ਕੇ ਕਈ ਇਤਰਾਜ਼ ਜਤਾ ਦਿੱਤੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਗਵਰਨਰ ਦੇ ਵਿਵਹਾਰ ਤੇ ਸਵਾਲ ਖੜੇ ਕੀਤੇ ਤੇ ਗਵਰਨਰ ਨੂੰ ਨਿਸ਼ਾਨੇ ਤੇ ਲੈਂਦਿਆਂ ਪੰਜਾਬ ਦੇ ਖਿਲਾਫ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ। ਕਿ ਗਵਰਨਰ ਸਾਹਿਬ ਜਿਹੜੇ ਪੰਜਾਬ ਇਤਿਹਾਸੀ ਬਣਨ ਦਾ ਦਾਅਵਾ ਕਰਦੇ ਆ, ਇੱਕ ਵਾਰ ਵੀ ਇਹਨਾਂ ਨੇ ਮੋਦੀ ਸਾਹਿਬ ਨੂੰ ਜਾ ਕੇ ਕਿਹਾ ਕਿ ਤੁਸੀਂ ਪੰਜਾਬ ਦਾ ਫੰਡ ਕਿਉਂ ਨਹੀਂ ਰਿਲੀਜ਼ ਕਰ ਰਹੇ, ਕਿਉਂ ਪੰਜਾਬ ਦੀ ਕਿਸਾਨੀ ਨੂੰ ਮਾਰਨ ਵਾਸਤੇ ਲੱਗੇ ਹੋਏ ਆ ਮੋਦੀ ਸਾਹਿਬ? ਇਹ ਸਾਡੇ ਸਵਾਲ ਹੈ। ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ, ਆਪਣੇ ਅਹੁਦੇ ਦੀ ਗਰਮਾ ਚ ਰਹੋ, ਉਹਦਾ ਸਤਿਕਾਰ ਬਹਾਲ ਰੱਖੋ। ਤਕਰੀਰਾਂ ਤੋਂ ਸ਼ੁਰੂ ਹੋਇਆ ਸਿਆਸੀ ਅਤੇ ਸੰਵਿਧਾਨਿਕ ਜੰਗ। ਜੇਕਰ ਤਕਰਾਰ ਤੱਕ ਪਹੁੰਚ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਬੀਬੀਐਮਬੀ ਦੇ ਮੁੱਦੇ ਉੱਤੇ ਵੀ ਸਟੇਟ ਤੇ ਸੈਂਟਰ ਆਮੋ ਸਾਹਮਣੇ ਨਜ਼ਰ ਆ ਰਹੇ ਨੇ। ਬੀਬੀਐਮਬੀ ਤੋਂ ਹਿਮਾਚਲ ਨੂੰ ਪਾਣੀ ਦੇਣ ਦਾ ਮਾਮਲਾ ਵੀ ਭਖਦਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਤੇ ਉਹਨਾਂ ਨੇ ਕਿਹਾ ਕਿ ਹਿਮਾਚਲ ਨੂੰ ਪਾਣੀ ਦੇਣ ਦੇ ਉੱਤੇ ਐਨਓਸੀ ਦੀ ਸ਼ਰਤ ਨੂੰ ਜੋ ਹਟਾਇਆ ਗਿਆ ਉਹ ਗਲਤ ਹੈ। ਇਸ ਦਾ ਵਿਰੋਧ ਪੰਜਾਬ ਕਰਦਾ ਹੈ। ਕੇਂਦਰ ਸਰਕਾਰ ਬੀਬੀਐਮਬੀ ਨੂੰ ਪਾਣੀ ਦੇਣ ਦਾ ਆਦੇਸ਼ ਨਹੀਂ ਦੇ ਸਕਦੀ। ਇਹ ਵੀ ਮੁੱਖ ਮੰਤਰੀ ਦੇ ਵੱਲੋਂ ਸਪਸ਼ਟ ਤੌਰ ਦੇ ਉੱਤੇ ਆਪਣੀ ਚਿੱਠੀ ਦੇ ਜ਼ਰੀਏ ਸੈਂਟਰ ਦੇ ਸਾਹਮਣੇ ਮੁੱਦਾ ਚੁੱਕਿਆ ਹੈ। ਔਰ ਬੀਬੀਐਮਬੀ ਸਿਰਫ ਪ੍ਰਬੰਧਨ ਦੇ ਲਈ ਹੈ। ਕੇਂਦਰ ਦਾ ਇਹ ਆਦੇਸ਼ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਸਿੱਧੇ ਤੌਰ ਦੇ ਉੱਤੇ ਉਲੰਘਣਾ ਹੈ। ਬੀਬੀਐਮਬੀ ਤੋਂ ਪਾਣੀ ਦੇਣ ਦੇ ਪੈਮਾਨੇ ਪਹਿਲਾਂ ਤੋਂ ਹੀ ਤੈਅ ਨੇ। 15 ਮਈ ਨੂੰ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰਕੇ ਐਨਓਸੀ ਦੀ ਸ਼ਰਤ ਹਟਾ ਦਿੱਤੀ ਸੀ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੋ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸੰਵਾਦ ਕਰਾਂਗੇ, ਗੱਲਬਾਤ ਕਰਾਂਗੇ, ਹਿਮਾਚਲ ਦੇ ਹਿੱਤਾਂ ਦੀ ਰਾਖੀ ਜ਼ਰੂਰ ਕਰਾਂਗੇ। जी, एक महत्वपूर्ण सवाल, बीबीएमबी को लेकर आपने पत्र लिखा है प्रधानमंत्री जी को, काफी बड़ा मुद्दा है, संवेदनशील मुद्दा है। बीबीएमबी को लेकर क्या कहना चाहिए? ਉਹ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਹੈ ਜੋ ਪੰਜਾਬ ਦੇ ਹੱਕ ਨੇ, ਉਹਨਾਂ ਹੱਕਾਂ ਲਈ ਕਦੇ ਵੀ ਪਿੱਛੇ ਨਹੀਂ ਹਟਾਂਗੇ। ਪੰਜਾਬ ਦੇ ਹੱਕਾਂ ਨੂੰ ਲੈਣ ਲਈ ਜਿਹਨੂੰ ਮਰਜ਼ੀ ਚਿੱਠੀ ਲਿਖਣੀ ਪਵੇ, ਜਿਹਦੇ ਨਾਲ ਮਰਜ਼ੀ ਗੱਲ ਕਰਨੀ ਪਵੇ। तो मैं माननीय पंजाब के मुख्यमंत्री जी से बात करूंगा। और जो पड़ोसी राज्य है, अगर आपसे हमारी कोई ऐसी उनके साथ बात नहीं है, मैं तो सिर्फ ये कहना चाहता हूँ कि जब पंजाब था, हिमाचल भी उसका पार्ट था, हरियाणा भी उसका पार्ट था। भारत सरकार ने बीबीएमबी को बनाया और जब भारत सरकार ने बीबीएमबी को बनाया उसके बाद जब हिमाचल प्रदेश बना तो उसमें हिस्सेदारी मिली और हमारा शेयर चंडीगढ़ में भी और बीबीएमबी में भी और जो भी केंद्र सरकार की संपत्ति में उसमें तय किया गया। उस तय के हिसाब से एक हिस्सेदारी है। अभी तो रॉयल्टी है हमारी बीबीएमबी में कि उसमें हमें और पावर प्रोजेक्टों से हमें रॉयल्टी मिलती है। बीबीएमबी से हमें 1% रॉयल्टी नहीं मिलती है और हम उसके अधिकार के लिए पंजाब के मुख्यमंत्री जी से भी बात करेंगे, हरियाणा के मुख्यमंत्री जी से भी बात करेंगे और जो भी बीबीएमबी की पार्टनर स्टेट्स हैं उनसे बात करेंगे, भारत सरकार से भी बात करेंगे। संवाद के द्वारा ही बातचीत होती है। बीबीएमबी यानी कि भाखड़ा ब्यास मैनेजमेंट बोर्ड एनओसी की शर्त हटाई गई है। इसका मतलब यह है, जो हुण तक जानकारी है
ਕਿ ਜੇਕਰ ਹਿਮਾਚਲ ਪਾਣੀ ਦਾ ਇਸਤੇਮਾਲ ਕਰਦਾ ਹੈ ਤਾਂ ਫਿਰ NOC BBMB ਤੋਂ ਲੈਣ ਦੀ ਜ਼ਰੂਰਤ ਨਹੀਂ ਹੋਏਗੀ। ਇਸ ਦੇ ਉੱਤੇ ਹੀ ਪੰਜਾਬ ਕਰੜਾ ਇਤਰਾਜ਼ ਜਤਾ ਰਿਹਾ ਹੈ। BBMB ਨੂੰ ਲੈ ਕੇ ਇਸ ਸਮੇਂ ਵਿਵਾਦ ਹੈ, ਇਸ ਕਰਕੇ ਅੱਜ ਸਵਾਲ ਇਸ ਮੁੱਦੇ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ। ਸਵਾਲ ਹੈ ਕਿ ਦੇਸ਼ ਦੇ ਵਿੱਚ ਸਭ ਤੋਂ ਪੁਰਾਣਾ ਬੰਨ ਕਿਹੜੇ ਸੂਬੇ ਦੇ ਵਿੱਚ ਹੈ? 4 ਆਪਸ਼ਨ ਤੁਹਾਡੇ ਸਾਹਮਣੇ, A ਕਰਨਾਟਕ, B ਤਮਿਲਨਾਡੂ, C ਪੰਜਾਬ ਤੇ D ਅਸਮ ਦੇ ਵਿੱਚ। ਬੰਨ ਜਿਵੇਂ ਨੰਗਲ ਡੈਮ ਹੈ, ਬੰਨ ਪੰਡੋਰ ਡੈਮ ਹੈ, ਔਰ ਇਸ ਤਰੀਕੇ ਨਾਲ ਹਰ ਸੂਬੇ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬੰਨ ਹੁੰਦੇ ਨੇ, ਉੱਥੇ ਪ੍ਰੋਜੈਕਟ ਲਗਾ ਦਿੱਤੇ ਜਾਂਦੇ ਨੇ, ਖਾਸ ਤੌਰ ਤੇ ਬਿਜਲੀ ਦਾ ਪ੍ਰੋਜੈਕਟ ਲੱਗਦਾ ਹੈ ਔਰ ਉੱਥੋਂ ਪਾਣੀ ਕੰਟਰੋਲ ਵੀ ਕੀਤਾ ਜਾਂਦਾ ਹੈ ਕਿ ਕਿੰਨਾ ਛੱਡਣਾ ਹੈ, ਨਹਿਰਾਂ ਉੱਥੋਂ ਕੱਢੀਆਂ ਜਾਂਦੀਆਂ ਨੇ, ਬਹੁਤ ਇੱਕ ਵੱਡਾ ਬੰਨ ਦੇ ਜ਼ਰੀਏ ਪ੍ਰੋਜੈਕਟ ਬਣਾਇਆ ਜਾਂਦਾ ਹੈ। ਤਾਂ ਦੇਸ਼ ਦੇ ਵਿੱਚ ਸਭ ਤੋਂ ਪੁਰਾਣਾ ਬੰਨ ਕਿਹੜੇ ਸੂਬੇ ਦੇ ਵਿੱਚ ਹੈ? ਅੱਜ ਦਾ ਸਵਾਲ ਹੈ। 4 ਆਪਸ਼ਨ ਤੁਹਾਡੇ ਸਾਹਮਣੇ ਨੇ, ਜਵਾਬ ਦੇਵਾਂਗੇ ਪ੍ਰੋਗਰਾਮ ਦੇ ਦੌਰਾਨ ਹੀ ਪੂਰੀ ਜਾਣਕਾਰੀ ਦੇ ਨਾਲ। ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਦੇਖਦੇ ਹੀ ਦੇਖਦੇ ਪਾਰਕਿੰਗ ਕਿਸ ਤਰੀਕੇ ਨਾਲ ਧਸ ਗਈ। ਉਸ ਦੀਆਂ ਕੁਝ ਤਸਵੀਰਾਂ ਨੇ, ਤਸਵੀਰਾਂ ਦੇਖੋ, ਪੂਰੀ ਜਾਣਕਾਰੀ ਥੋੜੀ ਦੇਰ ਦੇ ਵਿੱਚ। ਪਾਰਕਿੰਗ ਧਸ ਗਈ ਔਰ ਪਾਰਕਿੰਗ ਦੇ ਧਸਣ ਦੇ ਨਾਲ ਉਹ ਸਾਹਮਣੇ ਖੜੀ ਗੱਡੀ ਬਿਲਕੁਲ ਉਸ ਪਾਰਕਿੰਗ ਦੇ ਧਸਦੇ ਸਾਰ ਹੀ ਉਸ ਡੂੰਘੇ ਟੋਏ ਦੇ ਵਿੱਚ, ਖੱਡ ਦੇ ਵਿੱਚ ਜਾ ਕੇ ਡਿੱਗ ਗਈ। ਕਿੱਥੋਂ ਦੀ ਇਹ ਘਟਨਾ ਹੈ, ਕੀ ਕੁਝ ਹੋਇਆ? ਕੁਝ ਬਾਈਕ ਵੀ ਨੇ, ਕੁਝ ਗੱਡੀਆਂ ਨੇ, ਪੂਰੀ ਜਾਣਕਾਰੀ ਥੋੜੀ ਦੇਰ। ਉਧਰ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੌਰੇ ਤੇ ਨੇ ਤੇ ਨਿਤਿਨ ਗਡਕਰੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਨਾਲ ਮਿਲੇ ਨੇ ਮੁੱਖ ਮੰਤਰੀ ਭਗਵੰਤ ਮਾਨ। ਪੰਜਾਬ ਦੇ ਹਾਈਵੇ ਪ੍ਰੋਜੈਕਟਸ ਨੂੰ ਲੈ ਕੇ ਚਰਚਾ ਹੋਈ ਹੈ। ਉਹਨਾਂ ਨੇ ਕਿਹਾ ਕਿ ਖੁਸ਼ਗਵਾਰ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ। ਦਿੱਲੀ ਕਟੜਾ ਹਾਈਵੇ ਦੇ ਮੁਆਵਜ਼ੇ ਤੇ ਵੀ ਗੱਲਬਾਤ ਕੀਤੀ ਹੈ। SSF ਵਾਲੀ ਸਾਡੀ ਕੋਸ਼ਿਸ਼ ਦੀ ਨਿਤਿਨ ਗਡਕਰੀ ਨੇ ਤਾਰੀਫ ਕੀਤੀ ਹੈ। ਕਾਬਿਲ ਗੌਰ ਹੈ ਕਿ ਜਿਹੜਾ ਜੰਮੂ ਕਟੜਾ ਹਾਈਵੇ ਬਣ ਰਿਹਾ ਭਾਰਤਮਾਲਾ ਦੇ ਤਹਿਤ, ਉਸ ਦੇ ਮੁਆਵਜ਼ੇ ਨੂੰ ਲੈ ਕੇ ਇਸ ਸਮੇਂ ਕਿਸਾਨਾਂ ਦੇ ਵੱਲੋਂ ਜ਼ਰੂਰ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿ ਉਸ ਤਰੀਕੇ ਨਾਲ ਮੁਆਵਜ਼ਾ ਨਹੀਂ ਮਿਲ ਰਿਹਾ ਜੋ ਤੈਅ ਨਿਯਮ ਨੇ। ਤਾਂ ਉਸ ਦੇ ਉੱਤੇ ਵੀ ਗੱਲਬਾਤ ਦੇਸ਼ ਦੇ ਟਰਾਂਸਪੋਰਟ ਮੰਤਰੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਕੀਤੀ ਗਈ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਜੁੜੀਆਂ ਹੋਈਆਂ ਦਿੱਕਤਾਂ, ਸੁਝਾਅ, ਸਮੱਸਿਆਵਾਂ ਸੀ। ਬੜੇ ਹੀ ਖੁਸ਼ਗਵਾਰ ਮਾਹੌਲ ਦੇ ਵਿੱਚ ਗੱਲ ਹੋਈ ਔਰ ਕਈ ਜਗ੍ਹਾ ਤੇ ਜਿਹੜਾ ਕੋਈ ਐਕੁਜੀਸ਼ਨ ਦੀ ਦਿੱਕਤ ਆ ਰਹੀ ਹੈ, ਕਿਤੇ ਕੁਝ ਫੈਸਲੇ ਇਸ ਤਰ੍ਹਾਂ ਦੇ ਕਰ ਦਿੱਤੇ ਗਏ ਕਿ ਵੱਟ ਨਾਲ ਵੱਟ ਸਾਂਝੀ ਹੈ ਪਰ ਰੇਟ ਦਾ ਬਹੁਤ ਫਰਕ ਹੈ। ਉਹਦੇ ਬਾਰੇ ਅਸੀਂ ਗੱਲਬਾਤ ਕੀਤੀ। ਕਿਤੇ ਜਿਹੜੇ ਟੋਲ ਪਲਾਜ਼ਾ ਵਾਲੇ ਨੇ ਉਹ ਆਪਣੀਆਂ ਐਗਰੀਮੈਂਟ ਮੁਤਾਬਕ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ, ਭਾਵੇਂ ਐਂਬੂਲੈਂਸ ਨਾਲ ਸੰਬੰਧਿਤ ਹੋਣ, ਭਾਵੇਂ ਉਹ ਰਿਕਵਰੀ ਕ੍ਰੇਨਾਂ ਨਾਲ ਸੰਬੰਧਿਤ ਹੋਣ, ਤਾਂ ਜਾਂ ਫਿਰ ਉਸ ਸੜਕ ਦੀ ਰਿਪੇਅਰ ਜਾਂ ਉੱਥੇ ਲਾਈਟਿੰਗ ਦਾ ਪ੍ਰਬੰਧ ਹੋਵੇ। ਖਾਸ ਤੌਰ ਤੇ ਆਦਮਪੁਰ ਦੇ ਵਿੱਚ ਜਿਹੜਾ ਹਾਈਵੇ ਹੈ ਉਹ ਵਿਚਾਲੇ ਰੁਕ ਗਿਆ ਕਿਉਂਕਿ ਠੇਕੇਦਾਰ ਭੱਜ ਗਿਆ। ਤਾਂ ਉਹਨਾਂ ਨੇ ਬੜੇ ਸਖਤ ਆਰਡਰ ਕੀਤੇ, ਨਾਲ ਦੀ ਨਾਲ ਮੰਤਰੀਆਂ ਆਪਣੇ। ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਵੀ ਆਦਮਪੁਰ ਵਾਲੇ ਹਾਈਵੇ ਦਾ ਉਸ ਪੁਲ ਦਾ ਜ਼ਿਕਰ CM ਜ਼ਰੂਰ ਕਰ ਰਹੇ ਸੀ। ਖੈਰ, ਜਦੋਂ ਸੂਬੇ ਦੇ ਪ੍ਰੋਜੈਕਟਸ ਨੂੰ ਲੈ ਕੇ ਨਿਤਿਨ ਗਡਕਰੀ ਨੂੰ ਮਿਲਣ, ਜਦੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ ਮੁੱਦੇ ਉੱਤੇ ਗੱਲਬਾਤ ਕੀਤੀ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ CM ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਨੇ। ਹੁਣ ਵਿਜੀਲੈਂਸ ਗੋਆ ਬੀਚ ਦੇ ਕਿਨਾਰੇ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਨੂੰ ਸਸਤੇ ਰੇਟ ਦੇ ਉੱਤੇ ਲੀਜ਼ ਦੇ ਉੱਤੇ ਦੇਣ ਦੀ ਜਾਂਚ ਸ਼ੁਰੂ ਕਰ ਰਹੀ ਹੈ। ਇਹ ਜ਼ਮੀਨ ਇੱਕ 5 ਸਟਾਰ ਹੋਟਲ ਦੀ ਚੇਨ ਨੂੰ ਦਿੱਤੀ ਗਈ। ਹਾਲਾਂਕਿ ਅਜੇ ਵਿਜੀਲੈਂਸ ਨੇ ਇਸ ਦੇ ਉੱਤੇ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ। ਚੰਨੀ ਨੇ ਜਿਹੜੇ ਚੰਨ ਚੜਾਏ ਆ ਨਾ, ਉਹ ਚੰਨ ਸਾਰੇ ਆ ਰਹੇ ਇੱਕ ਕਰਕੇ ਆ ਜਾਣੇ ਆਉਣ ਦੋ, ਵੇਟ ਕਰੋ। ਉਹ ਇਹਨਾਂ ਲੋਕਾਂ ਨੇ ਬੜੇ ਗੜਬੜਾਂ ਕੀਤੀਆਂ। ਇੱਕ ਨਹੀਂ ਆ, ਇੱਕ ਛੋਟੀ ਜੀ ਗੱਲ ਆਈ ਆ, ਪਰ ਮੈਨੂੰ ਲੱਗਦਾ ਮੇਰੀ ਬੇਨਤੀ ਮੈਨੂੰ ਨਹੀਂ, ਮੈਂ ਹਜੇ ਕੋਈ ਵੀ ਐਸੀ ਗੱਲ ਨਹੀਂ ਕਰਨੀ ਜਿਹੜੀ ਅੰਡਰ ਸਬ ਜੁਡਿਸ ਹੈ ਔਰ ਅੰਡਰ ਇਨਵੈਸਟੀਗੇਸ਼ਨ। ਉਧਰ ਕਾਂਗਰਸ ਦੀ ਮੰਨੀਏ ਤਾਂ ਸਰਕਾਰ ਨੂੰ ਚੰਨੀ ਦੇ ਖਿਲਾਫ ਜਾਂਚ ਕਰਨ ਦੇ ਇਲਾਵਾ ਹੋਰ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਮੈਂ ਸਮਝਦਾ ਕਿ ਸਾਬਕਾ CM ਚੰਨੀ ਸਾਹਿਬ ਬਿਲਕੁਲ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਬਿਲਕੁਲ ਸਪੋਰਟ ਕਰ ਰਹੇ ਆ ਔਰ ਮੈਂ ਸਮਝਦਾ ਕਿ ਜਿਹੜਾ ਸਪੋਰਟ ਕਰਨਾ ਇਨਵੈਸਟੀਗੇਸ਼ਨ ਦੇ ਵਿੱਚ ਉਹ ਆਪਣੇ ਆਪ 'ਚ ਇਹ ਪ੍ਰਤੀਕ ਆ
ਕਿ ਉਹ ਕਿਸੇ ਗੱਲੋਂ ਕਾਣੇ ਨਹੀਂ। ਕਾਬਿਲੇ ਗੌਰ ਹੈ ਕਿ ਪੰਜਾਬ ਦੀ ਗੋਆ ਦੇ ਵਿੱਚ ਮੌਜੂਦ 8 ਏਕੜ ਜ਼ਮੀਨ ਦਾ ਸਿਰਫ ਖੇਤੀਬਾੜੀ ਦੇ ਲਈ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਲਜ਼ਾਮ ਨੇ ਕਿ ਕਾਂਗਰਸ ਸਰਕਾਰ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੇ ਦੌਰਾਨ ਇਸ 8 ਏਕੜ ਜ਼ਮੀਨ ਨੂੰ 5 ਸਟਾਰ ਹੋਟਲ ਦੀ ਇੱਕ ਚੇਨ ਨੂੰ ਅਲਾਟ ਕਰ ਦਿੱਤਾ ਗਿਆ। ਹੁਣ ਸਵਾਲ ਇਹ ਹੈ ਕਿ 8 ਏਕੜ ਦੀ ਜਿਹੜੀ ਜ਼ਮੀਨ ਗੋਆ ਦੇ ਵਿੱਚ ਸੀ ਕਿ ਉਸ ਨੂੰ ਕਿਸੇ ਫਾਇਦੇ ਦੇ ਲਈ ਅਲਾਟ ਕੀਤਾ ਗਿਆ ਜਾਂ ਪੂਰਾ ਮਾਮਲਾ ਕੀ ਹੈ, ਜਾਂਚ ਦਾ ਵਿਸ਼ਾ ਜ਼ਰੂਰ ਹੈ। ਅੱਗੇ ਵਧਦੇ ਹਾਂ ਤੇ ਗੱਲ ਅੰਮ੍ਰਿਤਪਾਲ ਦੀ। ਅੰਮ੍ਰਿਤਪਾਲ ਸਿੰਘ ਇੱਕ ਵਾਰ ਮੁੜ ਤੋਂ ਚਰਚਾ 'ਚ ਹੈ, ਜੋ ਇਸ ਸਮੇਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਹੈ। ਅੰਮ੍ਰਿਤਪਾਲ ਸਿੰਘ ਇਸ ਵਾਰ ਚਰਚਾ 'ਚ ਆਪਣੇ 3 ਸਾਥੀਆਂ ਨੂੰ ਲੈ ਕੇ ਉਸਦੇ 3 ਸਾਥੀਆਂ ਨੇ ਹਾਈ ਕੋਰਟ ਦਾ ਰੁਖ ਕੀਤਾ। ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ 3 ਮੁਲਜ਼ਮਾਂ ਨੇ ਐਨਐਸਏ ਦੇ ਤਹਿਤ ਡਿਟੈਂਸ਼ਨ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਇਹਨਾਂ ਦੇ ਵਿੱਚ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ, ਕੁਲਵੰਤ ਸਿੰਘ ਰਾਓ ਕੇ ਅਤੇ ਬਸੰਤ ਸਿੰਘ ਦੇ ਨਾਮ ਸ਼ਾਮਿਲ ਨੇ। ਹਾਈਕੋਰਟ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਤੇ ਬਾਕੀਆਂ ਨੇ ਐਡਵਾਈਜ਼ਰੀ ਬੋਰਡ ਦੇ ਅੱਗੇ ਆਪਣੀ ਪਟੀਸ਼ਨ ਪਾਈ ਸੀ, ਲੇਕਿਨ ਐਡਵਾਈਜ਼ਰੀ ਬੋਰਡ ਨੇ ਰਿਜੈਕਟ ਕਰਤੀ। ਤਾਂ ਇੱਕ ਪ੍ਰੋਸੀਜਰ ਹੁੰਦਾ ਕਿ ਉਸ ਤੋਂ ਬਾਅਦ ਹੀ ਬਾਜੇ ਕੇ, ਬਸੰਤ ਸਿੰਘ ਤੇ ਕੁਲਵੰਤ ਸਿੰਘ ਨੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ ਔਰ ਕਿਹਾ ਕਿ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਅਵੈਧ ਤਰੀਕੇ ਨਾਲ ਰੱਖਿਆ ਗਿਆ ਹੈ, ਉਹਨਾਂ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇ। ਨਾਲ ਹੀ ਨੈਸ਼ਨਲ ਸਿਕਿਉਰਿਟੀ ਐਕਟ ਯਾਨੀ ਕਿ ਐਨਐਸਏ ਨੂੰ ਵੀ ਚੈਲੰਜ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ 1 ਜਾਂ 2 ਦਿਨਾਂ 'ਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਹਨਾਂ ਐਪਲੀਕੇਸ਼ਨ ਤੇ ਸੁਣਵਾਈ ਹੋਏਗੀ। ਹਾਈਕੋਰਟ ਦਾ ਰੁਖ ਕੀ ਰਹਿੰਦਾ ਹੈ? ਦਰਅਸਲ ਇਹਨਾਂ ਦੇ ਉੱਤੇ 23 ਫਰਵਰੀ ਨੂੰ ਅਜਨਾਲਾ ਦੇ ਪੁਲਿਸ ਥਾਣੇ ਦੇ ਉੱਤੇ ਹਮਲੇ 'ਚ ਸ਼ਾਮਲ ਹੋਣ ਦਾ ਇਲਜ਼ਾਮ ਹੈ। ਹੁਣ ਮੁਲਜ਼ਮਾਂ ਨੇ ਡਿਟੈਂਸ਼ਨ ਆਰਡਰ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਕੇ ਇਸ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਰੱਦ ਕਰਨ ਦੀ ਮੰਗ ਕੀਤੀ। ਜ਼ਿਕਰ ਖਾਸ ਹੈ ਕਿ ਖਾਲਿਸਤਾਨੀ ਸਮਰਥਕ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਉਸਦੇ ਸਮਰਥਕਾਂ ਨੇ 23 ਫਰਵਰੀ ਨੂੰ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੇ ਵਿੱਚ ਕਈ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਵੀ ਹੋਏ ਸਨ। ਤਾਂ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ, ਪਰ ਦੂਜੇ ਪਾਸੇ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਜ਼ਬਰਦਸਤ ਗਰਮੀ ਚੱਲ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਮੀਂਹ ਦੇ ਨਾਲ ਰਾਹਤ ਮਿਲੀ। ਜਲੰਧਰ, ਅੰਮ੍ਰਿਤਸਰ ਸਣੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੌਲੇਧਾਰ ਮੀਂਹ ਪਿਆ। ਅੰਮ੍ਰਿਤਸਰ ਦੇ ਵਿੱਚ ਜਿੱਥੇ ਤੇਜ਼ ਬਾਰਿਸ਼ ਤੋਂ ਬਾਅਦ ਗੜੇਮਾਰੀ ਹੋਈ, ਉੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਉਧਰ ਜਲੰਧਰ ਦੇ ਵਿੱਚ ਬੱਦਲ ਜੰਮ ਕੇ ਵਰੇ, ਪਰ ਸ਼ਹਿਰ ਦੇ ਵਿੱਚ 30 ਮਿੰਟ ਦੇ ਮੀਂਹ ਤੋਂ ਬਾਅਦ ਮੌਨਸੂਨ ਨੂੰ ਲੈ ਕੇ तमाम ਦਾਅਵਿਆਂ ਦੀ ਪੋਲ ਖੁੱਲ ਗਈ। ਅੱਧੇ ਘੰਟੇ ਦੀ ਬਾਰਿਸ਼ ਦੇ ਵਿੱਚ ਸ਼ਹਿਰ ਦੇ ਕਈ ਹਿੱਸੇ ਪਾਣੀ 'ਚ ਡੁੱਬ ਗਏ। ਸ਼ਹਿਰ ਦੇ ਇੱਕ ਅੰਡਰਪਾਸ ਦੇ ਵਿੱਚ ਇੰਨਾ ਪਾਣੀ ਭਰ ਗਿਆ ਕਿ ਇੱਕ ਕਾਰ ਚਾਲਕ ਕ੍ਰਾਸ ਕਰਨ ਦੀ ਹਿੰਮਤ ਤੱਕ ਨਹੀਂ ਕਰ ਸਕਿਆ। ਤੇਜ਼ ਮੀਂਹ ਤੋਂ ਬਾਅਦ ਆਏ ਤੂਫਾਨ ਦੇ ਵਿੱਚ ਸੜਕਾਂ ਤੇ ਪੇੜ ਵੀ ਡਿੱਗੇ ਹੋਏ ਨਜ਼ਰ ਆਏ। ਉੱਥੇ ਮੀਂਹ ਇੰਨਾ ਜ਼ਿਆਦਾ ਸੀ ਕਿ ਲੋਕਾਂ ਨੂੰ ਦਿਨ ਦੇ ਵਿੱਚ ਗੱਡੀਆਂ ਦੀ ਹੈਡਲਾਈਟ ਜਲਾ ਕੇ ਵਧਣਾ ਪਿਆ। ਥੋੜੀ ਬਹੁਤ ਪਰੇਸ਼ਾਨੀਆਂ ਦੇ ਨਾਲ ਕੁੱਲ ਮਿਲਾ ਕੇ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਖੈਰ, ਜਦੋਂ ਜ਼ਬਰਦਸਤ ਗਰਮੀ ਹੋਵੇ ਤੇ ਇਸ ਵਿਚਾਲੇ ਮੀਂਹ ਪੈ ਜਾਵੇ ਫਿਰ ਫਰਕ ਤਾਂ ਪੈਂਦਾ ਹੈ, ਪਰ ਇਸ ਸਭ ਦੇ ਵਿਚਾਲੇ ਸਾਈਡ ਇਫੈਕਟ ਵੀ ਵੇਖਣ ਨੂੰ ਮਿਲੇ। ਇਸ ਮੀਂਹ ਦੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਿਆ ਤੇ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਤੇ ਗੜੇਮਾਰੀ ਹੋਈ। ਉਧਰ ਅੰਮ੍ਰਿਤਸਰ ਤੇ ਕਪੂਰਥਲਾ ਦੇ ਵਿੱਚ ਤੂਫਾਨ ਦਾ ਕਹਿਰ ਵੀ ਵੇਖਣ ਨੂੰ ਮਿਲਿਆ। ਤੇਜ਼ ਤੂਫਾਨ ਦੇ ਨਾਲ ਹਵਾਵਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਨੇੜੇ ਖੜੇ ਦਰਖਤ ਵੀ ਉਖੜ ਗਏ, ਪੁੱਟੇ ਗਏ ਤੇ ਆਟੋ ਤੇ ਈ ਰਿਕਸ਼ਾ ਦੇ ਉੱਤੇ ਆ ਡਿੱਗੇ। ਕਪੂਰਥਲਾ ਦੇ ਵਿੱਚ ਵੀ ਤੇਜ਼ ਹਨੇਰੀ ਦੇ ਨਾਲ ਕਾਲਾ ਸਿੰਧੀਆਂ ਨਕੋਦਰ ਰੋਡ ਦੇ ਉੱਤੇ ਦਰਖਤ ਆਣ ਡਿੱਗੇ, ਜਿਸ ਦੇ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਗਈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਉਸ ਪਾਰਕਿੰਗ ਦੀ ਜਿਸ ਦੇ ਵਿੱਚ ਗੱਡੀਆਂ ਜ਼ਮੀਨ ਦੇ ਵਿੱਚ ਧੱਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਹ ਖਬਰ ਹੈ ਮੋਹਾਲੀ ਤੋਂ। ਮੋਹਾਲੀ ਦੇ ਸੈਕਟਰ 83 ਇੰਡਸਟਰੀਅਲ ਏਰੀਆ ਦੇ ਵਿੱਚ ਖੁਦਾਈ ਦੇ ਦੌਰਾਨ ਇੱਕ ਹਾਦਸਾ ਹੋ ਗਿਆ। ਹੋਇਆ ਕੁਝ ਇਸ ਤਰ੍ਹਾਂ ਕਿ ਸੈਕਟਰ 83 ਦੇ ਵਿੱਚ ਇੱਕ ਬਿਲਡਿੰਗ ਦੀ ਬੇਸਮੈਂਟ ਦੇ ਵਿੱਚ ਖੁਦਾਈ ਕੀਤੀ ਜਾ ਰਹੀ ਸੀ। ਉਸ ਵੇਲੇ ਅਚਾਨਕ ਨਾਲ ਦੀ ਬਿਲਡਿੰਗ ਜਿਸ ਦੇ ਵਿੱਚ ਆਈਟੀ ਕੰਪਨੀਆਂ, ਉਸ ਦਾ ਪਾਰਕਿੰਗ ਏਰੀਆ ਪੂਰਾ ਢਹਿ ਗਿਆ। ਪੂਰੀ ਘਟਨਾ ਪਾਰਕਿੰਗ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ। ਸੀਸੀਟੀਵੀ ਫੁਟੇਜ ਦੇ ਵਿੱਚ ਪਾਰਕਿੰਗ 'ਚ ਖੜੀ ਇੱਕ ਗੱਡੀ ਅਤੇ 8 ਤੋਂ 10 ਮੋਟਰਸਾਈਕਲ ਪਲਕ ਝਪਕਦੇ ਹੀ ਖੁਦਾਈ ਤੋਂ ਬਾਅਦ ਹੋਏ ਡੂੰਘੇ ਖੱਡੇ ਦੇ ਵਿੱਚ ਜਾ ਡਿੱਗੇ। ਨਹੀਂ, ਬੇਸਿਕਲੀ 2 ਮਸ਼ੀਨਾਂ ਹੀ ਚੱਲ ਰਹੀਆਂ ਸੀਗੀਆਂ, ਜਿਹੜੀਆਂ ਉਹ ਮਸ਼ੀਨਾਂ ਨੇ ਉਹ ਪੜਦੇ ਉਹ ਕੰਧ ਦੇ ਬਹੁਤ ਕਲੋਜ਼ ਲੈ ਗਏ, ਜਿਹਦੇ ਨਾਲ ਉਹ ਡਿੱਗ ਪਿਆ। ਇਹਦੇ ਵਿੱਚ ਅਸੀਂ ਜਿਹੜੇ ਇਹਦੇ ਓਨਰ ਵੀ ਹੈ ਉਹਨਾਂ ਤੇ ਵੀ ਕਾਰਵਾਈ ਕਰਾਂਗੇ, ਸਟਰਕਚਰ ਇੰਜੀਨੀਅਰ ਜਿੰਨੇ ਵੀ ਹੈ, ਕਿਉਂਕਿ ਇਹਦੇ ਨਾਲ ਬਾਕੀ ਵੀ ਹੀ ਕੀ ਕਹਿੰਦੇ ਬਿਲਡਿੰਗਾਂ ਦਾ ਨੁਕਸਾਨ ਹੋ ਸਕਦਾ ਹੈ।
ਰਾਹਤ ਦੀ ਗੱਲ ਰਹੀ ਕਿ ਜਿਸ ਸਮੇਂ ਜ਼ਮੀਨ ਧਸੀ ਉਸ ਸਮੇਂ ਪਾਰਕਿੰਗ ਏਰੀਆ ਦੇ ਵਿੱਚ ਕੋਈ ਮੌਜੂਦ ਨਹੀਂ ਸੀ। ਉਧਰ ਹੁਣ ਹਾਦਸੇ ਤੋਂ ਬਾਅਦ ਜਿਸ ਬਿਲਡਿੰਗ ਦਾ ਪਾਰਕਿੰਗ ਏਰੀਆ ਧਸਿਆ ਹੈ ਉਸ ਦੇ ਉੱਤੇ ਵੀ ਖਤਰਾ ਮੰਡਰਾਉਣ ਲੱਗਿਆ ਹੈ। ਤਾਂ ਠੇਕੇਦਾਰ ਦੇ ਉੱਤੇ ਸਵਾਲ ਤਾਂ ਜ਼ਰੂਰ ਨੇ ਕਿ ਆਖਿਰ ਉਸ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਕਿ ਪੈਰਲਰ ਇੱਕ ਵੱਡੀ ਬਿਲਡਿੰਗ ਖੜੀ ਹੈ, ਉਸ ਨੂੰ ਦਿੱਕਤ ਆ ਸਕਦੀ ਹੈ, ਪਰ ਇਹ ਹਾਦਸਾ ਵਾਪਰ ਗਿਆ। ਫਿਲਹਾਲ ਉੱਥੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ, ਰਾਹਤ ਦੀ ਗੱਲ ਹੈ। ਅੱਗੇ ਵਧਦੇ ਤੇ 14 ਜੂਨ ਦਾ ਇਤਿਹਾਸ ਕੀ ਕੁਝ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 14 ਜੂਨ ਦਾ ਇਤਿਹਾਸ ਹੈ ਵਿਸ਼ਵ ਖੂਨਦਾਨ ਦਿਵਸ। ਖੂਨਦਾਨ ਲੋਕਾਂ ਦੇ ਵੱਲੋਂ, ਸਾਰਿਆਂ ਦੇ ਵੱਲੋਂ ਕੀਤਾ ਜਾਂਦਾ ਹੈ। ਲੋਕਾਂ ਦੇ ਵਿੱਚ ਖੂਨਦਾਨ ਕਰਨ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 14 ਜੂਨ ਨੂੰ ਵਰਲਡ ਬਲੱਡ ਡੋਨੇਸ਼ਨ ਡੇ ਮਨਾਇਆ ਜਾਂਦਾ ਹੈ। ਖੂਨਦਾਨ ਦਿਵਸ ਮਨਾਉਣ ਦੀ ਸ਼ੁਰੂਆਤ 2004 ਦੇ ਵਿੱਚ ਕੀਤੀ ਗਈ ਸੀ। ਉਸ ਵੇਲੇ ਤੋਂ ਹਰ ਸਾਲ 14 ਜੂਨ ਨੂੰ ਵਰਲਡ ਬਲੱਡ ਡੋਨਰ ਡੇ ਮਨਾਇਆ ਜਾਂਦਾ ਹੈ। ਕਾਰਲ ਲੈਂਡਸਟੀਨਰ ਨੇ ਬਲੱਡ ਗਰੁੱਪ ਸਿਸਟਮ ਦੀ ਖੋਜ ਕੀਤੀ ਸੀ। ਉਹਨਾਂ ਦੇ ਇਸ ਯੋਗਦਾਨ ਦੇ ਲਈ 1930 ਦੇ ਵਿੱਚ ਕਾਰਲ ਲੈਂਡਸਟੀਨਰ ਨੂੰ ਨੋਬੇਲ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਵਜ੍ਹਾ ਦੇ ਨਾਲ ਹੀ 14 ਜੂਨ ਦਾ ਦਿਨ ਚੁਣਿਆ ਗਿਆ ਵਿਸ਼ਵ ਖੂਨਦਾਨ ਦਿਵਸ ਨੂੰ ਮਨਾਉਣ ਲਈ। ਵੇਲਾ ਹੋ ਚਲੇ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦਾ, ਪਰ ਬ੍ਰੇਕ ਦੇ ਉਸ ਪਾਰ ਤੁਹਾਨੂੰ ਦਿਖਾਵਾਂਗੇ ਅੱਗ ਦਾ ਤਾਂਡਵ। ਗੋਦਾਮ ਦੇ ਵਿੱਚ ਬੇਕਾਬੂ ਅੱਗ, ਔਰ ਅੱਗ ਬੁਝਾਉਣ ਦੇ ਲਈ ਕਿੰਨੀ ਮਸ਼ੱਕਤ ਕਰਨੀ ਪਈ, ਅੱਗ ਬੁਝੀ ਵੀ ਜਾਂ ਨਹੀਂ, ਦੱਸਾਂਗੇ ਛੋਟੇ ਜਿਹੇ ਬ੍ਰੇਕ।